सतनाम श्री वाहिगुरु साहिब जी। पूरा थाट बनाया पूरै, देखो एक समाना। इस परपंच मह साचे नाम की वड्याई। मत को धरो गुमाना, सतगुर की जिसनों मत आवै। सो सतगुर माहे समाना। एहो बाणी जो जीओ जानै, तिस अंतर रवै हर नामा। लख उपमा उपमा करै, उपमा ना बखाणै। लख महिमा महिमा करै, महिमा हैरानै। लख महात्म महात्मा, ना महात्म जानै। लख उस्तत उस्तत करै, उस्तत नास जानै। आद पुरख आदेश है, मैं मान निमाणै। आद पुरख आदेश है, मैं मान निमाणै। सतनाम श्री वाहिगुरु साहिब जी। धन धन आद श्री गुरु ग्रंथ साहिब महाराज। श्लोक महला तीजा। जिचर एहो मन लहरी विच है, हौमैं बहुत हंकार। शब्दै साध न आवई, नाम ना लगै प्यार। जिचर एहो मन लहरी विच है, हौ मैं बहुत अहंकार। शब्दै साध न आवई, नाम ना लगै प्यार। सेवा थाए न पवई, तिसकी खप खप होए खुआर। नानक सेवक सोई आखियै, जो सिर धरे उतार। सतगुर का भाना मन लए, शब्द रखै उर धार। जिचर एहो मन लहरी विच है। वाहिगुरु जी का खालसा, वाहिगुरु जी की फतेह। पतित पावन करना निधान अंतरजामी, भगत वत्सल दीना बंधु, लोक परलोक दे रखियक।
ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਬੇਅੰਤ ਸੰਗਤਾਂ ਜੋ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਨਿਰੋਲ ਗੁਰਬਾਣੀ ਦੇ ਕੀਰਤਨ ਦਾ ਰਸ ਭਿੰਨਾ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਰਾਗੀ ਸਿੰਘ ਹਾਜ਼ਰੀ ਭਰ ਰਹੇ ਸਨ। ਬੇਅੰਤ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਨਿਰੋਲ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ। ਹਰ ਰੋਜ਼ ਦੀ ਤਰ੍ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਹੀ ਕਿਰਪਾ ਕਰਕੇ ਆਪ ਸਾਰੀਆਂ ਸੰਗਤਾਂ ਨੂੰ, ਪ੍ਰਬੰਧਕ ਵੀਰਾਂ ਨੂੰ, ਗੁਰਮੁਖ ਜਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਜੋ ਲੜੀਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਪਰਾ ਆਰੰਭ ਹੈ। ਵੱਡੇ ਭਾਗਾਂ ਵਾਲੀਆਂ ਉਹ ਰੂਹਾਂ ਜਿੱਥੇ ਪਾਵਨ ਪਿੱਤਰ ਗੁਰਬਾਣੀ ਦਾ ਜਾਪ, ਗੁਰਬਾਣੀ ਦਾ ਕੀਰਤਨ, ਉੱਥੇ ਗੁਰਬਾਣੀ ਦੀ ਕਥਾ ਵਿਆਖਿਆ ਸਰਵਣ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚਦੀਆਂ ਇਹ ਪਾਵਨ ਪਵਿੱਤਰ ਬਚਨ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1247 ਤੇ ਸੁਭਾਏਮਾਨ ਹੋ ਰਹੇ ਹਨ। ਰਸਨਾ ਹੈ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੀ ਤੇ ਸੰਸਾਰ ਦੀ ਜੋ ਇਹ ਮਾਇਆ ਹੈ, ਜਿਸ ਮਾਇਆ ਦੀ ਲਹਿਰ ਦੇ ਵਿੱਚ ਲਪੇਟ ਹੋ ਕਰਕੇ ਇਹ ਜੋ ਜੀਵ ਹੈ, ਪਰਮਾਤਮਾ ਨੂੰ ਵਿਸਾਰ ਕੇ, ਪਰਮਾਤਮਾ ਦੇ ਨਾਮ ਨੂੰ ਭੁੱਲ ਕੇ, ਪਰਮਾਤਮਾ ਦੀ ਸ਼ਕਤੀ ਤੇ ਪਰਮਾਤਮਾ ਦੀ ਹੋਂਦ ਨੂੰ ਭੁੱਲ ਕਰਕੇ ਇਹ ਆਪੇ ਹੀ ਸਭ ਕੁਝ ਬਣ ਬੈਠਾ ਵੀ ਜੋ ਕੁਝ ਹੈ ਉਹ ਮੈਂ ਹੀ ਮੈਂ ਹਾਂ। ਗੁਰੂ ਨਾਨਕ ਮਹਾਰਾਜ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦੇ 7ਵੇਂ ਸ਼ਲੋਕ ਦੇ ਵਿੱਚ ਇਹ ਕਿਰਪਾ ਕੀਤੀ ਵੀ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਅੱਗੇ ਜਾ ਕੇ ਬਚਨ ਕਰਦੇ ਵੇ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਬਸ ਜਿਸ ਤਰ੍ਹਾਂ ਹੀ ਇਸ ਨੂੰ ਮਨੁੱਖ ਜਾਮਾ ਮਿਲਿਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। 10 ਬਾਲ ਅਤਨ 20 ਰਵਣ, ਤੀਸਾ ਕਾ ਸੁੰਦਰ ਕਹਾਵੈ। 40 ਸੀ ਪਰ ਹੋਏ 85, ਪਗ ਕਿਸੈ 60 ਕੇ ਬੁਢੇਪਾ ਆਵੈ। ਸਿਮਰਨ ਕਰਨਾ ਸੀ ਤੂੰ ਤੂੰ ਦਾ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ। ਜਿਸ ਜਿਸ ਤਰ੍ਹਾਂ ਇਹ ਸਿਆਣਾ ਹੋਇਆ, ਜਿਸ ਜਿਸ ਤਰ੍ਹਾਂ ਇਹਦੀ ਸਰੀਰਕ ਉਮਰ ਵਧੀ, ਸਰੀਰ ਵਧਿਆ, ਉਸ ਤਰ੍ਹਾਂ ਹੀ ਇਸ ਦੀ ਜਿਹੜੀ ਮੈਂ ਹੈ ਉਹ ਵੱਡੀ ਹੁੰਦੀ ਗਈ, ਹਉਮੈ ਵੱਧਦੀ ਗਈ। ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ ਕਿ ਗਾਥਾ ਗੁੰਫ ਗੋਪਾਲ ਕਥੰ, ਮਥੰਗ ਮਾਨ ਮਰਦਨ ਹੈ। ਹਤੰ ਪੰਚ ਸਤਰੇਨ, ਨਾਨਕ ਹਰ ਬਾਣੇ ਪਰ ਹਾਰਨ ਹੈ। ਪਰਮਾਤਮਾ ਦੀ ਗਾਥਾ ਨੇ, ਪਰਮੇਸ਼ਰ ਦੀ ਕਥਾ ਵਿਆਖਿਆ ਨੇ, ਅਕਾਲ ਪੁਰਖ ਦੀ ਧੁਰ ਕੀ ਬਾਣੀ ਨੇ
ਇਹ ਹਉਮੈ ਖਤਮ ਕਰਨੀ ਸੀ, ਮਮਤਾ ਹੰਗਤਾ ਖਤਮ ਕਰਨੀ ਸੀ। ਧਾਰਮਿਕ ਗ੍ਰੰਥਾਂ ਨੇ ਤੇ ਪਵਿੱਤਰ ਤੀਰਥਾਂ ਤੇ ਜਾ ਕੇ ਇਸ ਦੀ ਮੈਲ ਦੂਰ ਹੋਣੀ ਚਾਹੀਦੀ ਸੀ। ਪਰ ਇਹ ਜੇ 4 ਅਸਥਾਨਾਂ ਦੀ ਯਾਤਰਾ ਕਰ ਵੀ ਆਇਆ ਤੇ ਫਿਰ ਵੀ ਮੈਂ ਦੀ ਆਵਾਜ਼ ਕਿ ਮੈਂ ਬਹੁਤ ਵੱਡਾ ਕਾਰਜ ਕੀਤਾ, ਬੜੀਆਂ ਯਾਤਰਾਵਾਂ ਕੀਤੀਆਂ। 4 ਅੱਖਰ ਇਸ ਨੂੰ ਧਾਰਮਿਕ ਗ੍ਰੰਥਾਂ ਦੇ ਕੰਟਸਥ ਹੋ ਗਏ। ਪੜ ਪੋਤੰਗ ਸੰਧਿਆ ਵਾਦੰ, ਮੁਖ ਝੂਠ ਬਭੂਖਣ ਸਾਰੰ, ਸਿਲ ਪੂਜਸ ਬਗਲ ਸਮਾਦੰ, ਗਲ ਮਾਲਾ ਤਿਲਕ ਲਲਾਟੰ। ਤੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ। ਇਸ ਨੂੰ ਇਹ ਨਹੀਂ ਪਤਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ। ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਹਉਮੈ ਦਾ ਪਤਾ ਲੱਗਣਾ ਸੀ ਵੀ ਹਉਮੈ ਬਹੁਤ ਭਿਆਨਕ ਦੁਖਦਾਇਕ ਰੋਗ ਹੈ। ਇਸ ਤੋਂ ਛੁਟਕਾਰਾ ਪਾਉਣ ਵਾਸਤੇ ਤੀਰਥ ਦੀ ਯਾਤਰਾ ਕਰਨੀ, ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ, ਸੇਵਾ ਅਤੇ ਸਿਮਰਨ ਕਰਨਾ ਹੈ। ਜਿਸ ਜਿਸ ਤਰ੍ਹਾਂ ਇਹ ਜੀਵ ਇਹ ਧਰਮ ਦੇ ਨਾਂ 'ਤੇ ਕਰਮ ਕਰਦਾ, ਉਸ ਤਰ੍ਹਾਂ ਹੀ ਇਸ ਦੀ ਮੈਂ ਵੱਧਦੀ ਜਾ ਰਹੀ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾ ਪਾਪ ਕਸਮਲ ਭੰਨੇ। ਉਪਦੇਸ਼ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜ੍ਹੀ ਚਵੱਗਣ ਵੰਨੇ। ਸੇਵਾ ਸਿਮਰਨ ਕਰਕੇ ਤੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਨੀ ਸੀ। ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਸੀ। ਇਹ ਗੁੱਝਾ ਭੇਦ ਸ਼ਬਦ 'ਚੋਂ ਪ੍ਰਾਪਤ ਕਰਕੇ ਮੈਂ ਮੇਰੀ ਖਤਮ ਹੋਣੀ ਚਾਹੀਦੀ ਸੀ। ਗਾਥਾ ਗੁੰਪ ਗੋਪਾਲ ਕਤੰ, ਉਸ ਦਾ ਫਲ ਕੀ ਹੋਣਾ ਸੀ ਕਿ ਮਥੰਗ ਮਾਨ ਮਰਦਨ ਹੈ। ਜਿਹੜਾ ਹੰਕਾਰ ਹਉਮੈ ਹੈ ਉਹ ਖਤਮ ਹੋਣਾ ਸੀ। ਕਿਸ ਤਰ੍ਹਾਂ? ਜਿਸ ਤਰ੍ਹਾਂ ਦਰਖਤ ਨੂੰ ਜਦੋਂ ਕੂਰ ਪੈਂਦਾ ਹੈ, ਫੁੱਲ ਲੱਗਦੇ ਹਨ, ਫਿਰ ਫਲ ਲੱਗਦੇ ਹਨ, ਫਿਰ ਫਲ ਪੱਕਦੇ ਹੈ ਤੇ ਉਹ ਦਰਖਤ ਨੀਵਾਂ ਹੋ ਜਾਂਦਾ। ਪਰ ਇੱਕ ਐਸਾ ਦਰਖਤ ਹੈ, ਸਿਮਲ ਰੁੱਖ ਸਰਾਏਰਾ, ਅਤ ਦੀਰਘ ਅਤ ਮੁੱਚ। ਓਏ ਜੇ ਆਵ ਹੈ ਆਸ ਕਰ, ਜਾਏ ਨਿਰਾਸੇ ਕਤ। ਫਲ ਫਿੱਕੇ ਫੁੱਲ ਬਕਬਕੇ, ਕੰਮ ਨ ਆਵਹਿ ਪਤ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆ ਤਤ। ਇਹ ਸੇਵਾ ਸਿਮਰਨ ਸਤ ਸੰਗਤ ਗੁਰਬਾਣੀ ਪੜ੍ਹਨ ਸੁਣਨ ਤੀਰਥ ਯਾਤਰਾ ਦੇ ਨਾਲ ਨਿਮਰਤਾ ਭਾਵ ਤੇਰੇ ਪਾਸ ਆਉਣਾ ਚਾਹੀਦਾ ਸੀ। ਤੈਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮੇਰੀ ਤੇਰੇ ਹਿਰਦੇ 'ਚੋਂ ਇਹ ਅਰਦਾਸ ਨਿਕਲਦੀ, ਤੁਧ ਆਗੈ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਪਰਮਾਤਮਾ ਸਰੀਰ ਨਾ ਦਿੰਦਾ, ਫਿਰ ਕੌਣ ਯਾਤਰਾ ਕਰਦਾ। ਪਰਮਾਤਮਾ ਸਰੀਰ ਤੇ ਤੰਦਰੁਸਤੀ ਨਾ ਦਿੰਦਾ। ਸਿੱਖੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗੇ ਸਾਨੂੰ ਗੁਰੂ ਪ੍ਰਾਪਤ ਨਾ ਹੁੰਦੇ। ਖੰਡੇ ਵਾਟੇ ਦੀ ਅੰਮ੍ਰਿਤ ਦੀ ਦਾਤ ਸਾਡੀ ਝੋਲੀ ਦੇ ਵਿੱਚ ਨਾ ਪੈਂਦੀ ਤੇ ਫਿਰ ਕੀ ਅਸੀਂ ਨਿਤਨੇਮ ਕਰ ਸਕਦੇ, ਸਿਮਰਨ ਕਰ ਸਕਦੇ, ਸਤ ਸੰਗਤ ਸਤਿਗੁਰਾਂ ਦੇ ਚਰਨਾਂ 'ਚ ਆ ਕਰਕੇ ਅਰਜ਼ੋਈ ਕਰ ਸਕਦੇ, ਅਸੀਂ ਮਹਿਸੂਸ ਕਰ ਸਕਦੇ ਕਿ ਸਾਡਾ ਗੁਰੂ ਜਗਤ ਗੁਰੂ ਸ਼ਬਦਾ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ।
ਸੋ ਗੁਰਮੁਖ ਪਿਆਰਿਓ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ। ਸ਼ਲੋਕ ਮਹੱਲਾ ਤੀਜਾ। ਜਿਚਰ ਇਹੋ ਮਨ ਲਹਿਰੀ ਵਿੱਚ ਹੈ। ਜਿਚਰ ਦਾ ਅਰਥ ਬੇ ਜਿੰਨਾ ਚਿਰ, ਭਾਵੇਂ ਬਚਪਨਾ ਹੈ, ਜਵਾਨੀ ਹੈ, ਬੁਢੇਪਾ ਹੈ, ਇਹ ਧਰਮੀ ਹੈ, ਅਧਰਮੀ ਹੈ, ਸੇਵਾ ਸਿਮਰਨ ਕਰਦਾ ਹੈ, ਅਮੀਰ ਹੈ, ਗਰੀਬ ਹੈ, ਛੋਟਾ ਹੈ ਜਾਂ ਵੱਡਾ ਹੈ, ਕਹਿੰਦੇ ਜਿੰਨਾ ਚਿਰ ਇਸ ਜੀਵ ਦਾ ਮਨ ਮਾਇਆ ਦੀ ਲਹਿਰਾਂ ਦੀ ਲਪੇਟ ਦੇ ਵਿੱਚ ਆਇਆ ਹੋਇਆ, ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜਹੋ ਜੀ ਜਾਨੀ ਰੇ। ਧੰਨ ਭਗਤ ਕਬੀਰ ਜੀ ਬਖਸ਼ਿਸ਼ ਕਰਦੇ, ਰਹਿਮਤ ਕਰਦੇ। ਜਿਚਰ ਇਹੋ ਮਨ ਲਹਿਰੀ ਵਿੱਚ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਹੈ ਜੀਵ, ਜਿੰਨਾ ਚਿਰ ਤੂੰ ਮਨ ਕਰਕੇ ਮਾਇਆ ਦੀਆਂ ਲਹਿਰਾਂ ਦੇ ਵਿੱਚ ਉਲਝਿਆ ਹੋਇਆ, ਤੂੰ ਨਿਕਲ ਨਹੀਂ ਸਕਦਾ। ਹਉਮੈ ਬਹੁਤ ਅਹੰਕਾਰ, ਇਹ ਦੋ ਵੱਡੇ ਰੋਗ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਤੇ ਕਿ ਜੋ ਮਾਇਆ ਦੀ ਲਪੇਟ ਦੇ ਵਿੱਚ ਆ ਕਰਕੇ ਪਰਮਾਤਮਾ ਨੂੰ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਿਆ ਹੋਇਆ ਹੈ। ਮਾਇਆ ਕਿਹੜੀ ਹੈ? ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਿਉਂਕਿ ਹੈ ਤਾਂ ਇਹ ਸਭ ਕੁਛ ਮਾਇਆ, ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਸਰੀਰ ਦੇ ਸਮੇਤ ਜੋ ਕੁਛ ਵੀ ਅਸੀਂ ਦੇਖਦੇ ਹਾਂ ਸਭ ਮਾਇਆ ਹੀ ਹੈ। ਪਰ ਇਹ ਮਾਇਆ ਕਿਸ ਦੇ ਆਸਰੇ? ਮਾਇਆ ਦਾ ਮਾਲਕ ਕੌਣ ਹੈ? ਮਾਇਆ ਨੂੰ ਰਚਣ ਵਾਲਾ ਕੌਣ ਹੈ? ਤੇ ਫਿਰ ਪਤਾ ਲੱਗੇਗਾ ਮੂਲ ਦਾ ਵੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੈ। ਜਿਹੜਾ ਤਾਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਿਆ, ਉਸ ਦਾ ਇਹ ਮਾਇਆ ਕੁਛ ਨਹੀਂ ਵਿਗਾੜ ਸਕਦੀ। ਮਾਇਆ ਦੇ ਪ੍ਰਤੀ ਬਹੁਤ ਸੁੰਦਰ ਬਚਨ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਰਖਵਾਰੇ ਕਾ ਹੋਏ ਬਨਾਸ, ਆਗੈ ਨਰਕ ਇਹਾਂ ਭੋਗ ਵਿਲਾਸ। ਮਾਇਆ ਕੀ ਹੈ? ਮਾਇਆ ਇੱਕ ਐਸੀ ਇਸਤਰੀ ਹੈ ਜਿਸ ਦਾ ਪਤੀ ਮਰਦਾ ਹੀ ਨਹੀਂ, ਖਤਮ ਹੀ ਨਹੀਂ ਹੁੰਦਾ। ਕਹਿੰਦੇ ਵੀ ਐਸੀ ਇਸਤਰੀ ਕਿਹੜੀ ਆ ਗਈ ਵੀ ਜਿਹਦਾ ਪਤੀ ਜਾਂਦਾ ਹੀ ਨਹੀਂ, ਮਾਲਕਣਾ ਹੱਕ ਉਸ ਦਾ ਕੋਈ ਨਾ ਕੋਈ ਮਾਲਕ ਬਣਿਆ ਹੀ ਰਹਿੰਦਾ, ਉਹਨੂੰ ਕੋਈ ਅਫਸੋਸ ਨਹੀਂ। ਉਹ ਕਹਿੰਦੇ ਮਾਇਆ ਰੂਪੀ ਇਸਤਰੀ ਹੈ। ਇਸ ਦੇ ਮਾਲਕ ਬਣਨ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਰਹਿੰਦੀਆਂ। ਮਾਤਾ ਪਿਤਾ ਤੋਂ ਬਾਅਦ ਉਸ ਦੀ ਔਲਾਦ, ਔਲਾਦ ਤੋਂ ਬਾਅਦ ਫਿਰ ਉਸ ਦੀ ਔਲਾਦ, ਤੇ ਇਹ ਮਾਇਆ ਖਾਲੀ ਰਹਿੰਦੀ ਹੀ ਨਹੀਂ। ਕਹਿੰਦੇ ਇਸ ਨੂੰ ਕੋਈ ਅਫਸੋਸ ਨਹੀਂ, ਇਹ ਸਮਾਂ ਹੱਸ ਰਹੀ ਹੈ। ਮਾਇਆ ਕਾਰਨ ਧਾਵਹਿ ਮੂਰਖ ਲੋਕ ਅਜਾਨ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਵੀ ਜੋ ਇਹ ਮਾਇਆ ਦੀਆਂ ਲਹਿਰਾਂ ਦੇ ਵਿੱਚ ਲਵਾਇਮਾਨ ਹੋ ਰਿਹਾ, ਮਾਇਆ ਦੀਆਂ ਲਹਿਰਾਂ ਦੇ ਵਿੱਚ ਲਪੇਟਿਆ ਗਿਆ ਜਿਹੜਾ ਜੀਵ ਹੈ, ਉਸ ਦੇ ਅੰਦਰ ਨਿਤ ਹੰਕਾਰ ਵਧੇਗਾ ਤੇ ਨਿਤ ਹਉਮੈ ਮਮਤਾ ਹੰਗਤਾ ਵੱਧਦੀ ਹੀ ਜਾਵੇਗੀ। ਪਰ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਕਿ ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜੋ ਜਾਣੈ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ।
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੁਖਮਨੀ ਸਾਹਿਬ ਜੀ ਦੇ ਅੰਦਰ। ਹੇ ਜੀਵ, ਤੂੰ ਬਾਣੀ ਪੜ੍ਹ ਰਿਹਾ, ਤੂੰ ਸਿਮਰਨ ਕਰ ਰਿਹਾ, ਸਤ ਸੰਗਤ ਕਰ ਰਿਹਾ, ਕਥਾ ਕੀਰਤਨ ਕਰਦਾ ਤੇ ਸੁਣਦਾ, ਵੇ ਕਦੀ ਆਪਣੇ ਆਪ ਨੂੰ ਦੇਖਿਆ ਵੀ ਜਿਸ ਰੋਗ ਨੂੰ ਖਤਮ ਕਰਨ ਵਾਸਤੇ ਇਹ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਤੇ ਬੰਦਗੀ ਰੂਪ ਜੋ ਦਾਰੂ ਦਾ ਆਸਰਾ ਲਿਆ ਜਾ ਰਿਹਾ, ਕਿਤੇ ਬਿਮਾਰੀ ਵੱਧਦੀ ਤਾਂ ਨਹੀਂ ਜਾ ਰਹੀ? ਤੇ ਤੂੰ ਬਾਕੀਆ ਹੀ ਦਾਰੂ ਸਮਝ ਕੇ ਪਰਮੇਸ਼ਰ ਦਾ ਨਾਮ ਸਿਮਰਨ ਕਰ ਰਿਹਾ, ਵੇ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਸਰਬ ਰੋਗ ਕਾ ਔਖਦ ਨਾਮ, ਜਿਸਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਤੂੰ ਦੇਖ ਕਿਤੇ ਹਉਮੈ ਦਾ ਰੋਗ ਤੈਨੂੰ ਚਿੰਬੜਿਆ ਹੋਇਆ ਤਾਂ ਨਹੀਂ? ਇਹ ਸਭ ਕੁਝ ਹਉਮੈ 'ਚ ਤਾਂ ਨਹੀਂ ਕਰ ਰਿਹਾ? ਇਹ ਸਭ ਕੁਝ ਕਰ ਕਰਾ ਕੇ ਬੇ ਹੰਕਾਰ ਤਾਂ ਨਹੀਂ ਤੇਰਾ ਵੱਧ ਰਿਹਾ ਵੀ ਮੇਰਾ ਸਿਮਰਨ, ਮੇਰੀ ਸੇਵਾ, ਮੇਰਾ ਨਿਤਨੇਮ ਤੇ ਮੇਰੀ ਮਰਜ਼ੀ, ਮੇਰਾ ਹੁਕਮ, ਮੇਰਾ ਮਾਨ, ਮੇਰਾ ਸਨਮਾਨ ਤੇ ਨਾਮ ਹੋਵੇ ਪਰਮਾਤਮਾ ਦਾ, ਨਾਮ ਹੋਵੇ ਧਰਮ ਦਾ, ਤੇ ਨਾਮ ਹੋਵੇ ਪਰ ਉਪਕਾਰ ਦਾ, ਨਾਮ ਹੋਵੇ ਸੇਵਾ ਦਾ, ਤੇ ਅੰਦਰ ਹੋਵੇ ਹੰਕਾਰ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 8 ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਉਹ ਜਿੰਨਾ ਮਰਜੀ ਤੀਰਥਾਂ ਤੇ ਇਸ਼ਨਾਨ ਕਰੇ, ਕਿਉਂਕਿ ਮਨ ਮੈਲਾ ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਸਤਿਗੁਰਾਂ ਦਾ ਬਚਨ ਕਿ ਮੈਲਾ ਬ੍ਰਹਮਾ ਮੈਲਾ ਇੰਦ, ਰਬ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਏਉ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਕਿੱਡੀ ਕਿਰਪਾ ਕੀਤੀ ਗੁਰਬਾਣੀ ਨੇ ਕਿ ਬ੍ਰਹਮਾ ਵੀ ਮੈਲਾ ਹੈ ਨਾਮ ਤੋਂ ਬਗੈਰ, ਇੰਦਰ ਵੀ ਮੈਲਾ ਹੈ ਨਾਮ ਤੋਂ ਬਗੈਰ, ਇਹ ਚੰਦਰਮਾ ਵੀ ਮੈਲਾ ਹੈ ਨਾਮ ਤੋਂ ਬਗੈਰ। ਇੱਕੋ ਇੱਕ ਜੋ ਪਵਿੱਤਰ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਜਿਚਰ ਏਉ ਮਨ ਲਹਿਰੀ ਵਿੱਚ ਹੈ, ਜਿੰਨਾ ਚਿਰ ਇਹ ਮਾਇਆ ਦੇ ਪ੍ਰਭਾਵ ਥੱਲੇ ਹੈ। ਮਾਇਆ ਦੀਆਂ ਲਹਿਰਾਂ ਦੇ ਵਿੱਚ ਇਹ ਗਲਤਾਨ ਹੈ। ਹਉਮੈ ਬਹੁਤ ਹੰਕਾਰ, ਕਹਿੰਦੇ ਬਹੁਤ ਹਉਮੈ ਵਧੀ ਜਾਵੇਗੀ, ਉਨਾ ਹੀ ਹੰਕਾਰ ਵਧੀ ਜਾਵੇਗਾ। ਬਸ ਵੇ ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਨਾ ਹੁੰਦਾ ਤੇ ਆਹ ਕੁਝ ਨਹੀਂ ਸੀ ਹੋਣਾ। ਕਹਿੰਦੇ ਕਾਰਨ ਕੀ ਹੋਇਆ? ਮਾਇਆ ਦੀ ਲਪੇਟ 'ਚ ਕਿਵੇਂ ਆ ਗਿਆ ਇਹ? ਕਿਉਂਕਿ ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ। ਇਹਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਾ, ਉੱਚੋ ਰਸ ਪ੍ਰਾਪਤ ਨਹੀਂ ਇਹਨੂੰ ਹੋਇਆ। ਇਹਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਨਾਮ ਸਿਮਰਨ ਅਭਿਆਸ ਕਰਕੇ ਇਹੋ ਜਿਹੀ ਆਤਮਿਕ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨਾਮ ਦੇ ਨਾਲ ਐਸਾ ਰਸ ਬਣ ਜਾਂਦਾ ਜੋ ਸਾਰੇ ਦੁਨੀਆ ਦੇ ਜਿਹੜੇ ਰਸ ਹੈ, ਉਸ ਰਸ ਦੇ ਸਾਹਮਣੇ ਫਿੱਕੇ ਪੈ ਜਾਂਦੇ ਹੈ। ਫਿਕੈ ਬਨ ਫਿੱਕਾ ਤਿਆਗਿਰੀ ਸਖੀਏ, ਨਾਮ ਮਹਾਰਸ ਪੀਓ। ਰਸ ਤਾਂ ਹੋ ਗਏ ਸਾਰੇ ਪਦਾਰਥਾਂ ਦੇ, ਪਰ ਜੋ ਮਹਾਰਸ ਹੈ ਉਹ ਕੇਵਲ ਪਰਮਾਤਮਾ ਦੇ ਨਾਮ 'ਚੋਂ ਪ੍ਰਾਪਤ ਹੁੰਦਾ। ਤੇ ਪਰਮਾਤਮਾ ਦੇ ਨਾਮ 'ਚੋਂ ਉਹ ਰਸ ਤਾਂ ਪ੍ਰਾਪਤ ਹੁੰਦਾ ਜਦੋਂ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਜਪਹੁ ਤਾ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹ ਕੁਛ ਵੀ ਵਾਸ਼ਨਾ ਨਾ ਹੋਵੇ, ਬਿਲਕੁਲ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿਸ ਸਿਮਰਨ ਦੇ ਵਿੱਚੋਂ ਰਸ ਆਉਂਦਾ?
ਕਿਹੜੀ ਭਗਤੀ ਤੇ ਬੰਦਗੀ ਕਰਕੇ ਰਸ ਪ੍ਰਾਪਤ ਹੁੰਦਾ। ਉਸ ਵਕਤ ਸਿਮਰਨ ਚੋਂ ਰਸ ਪ੍ਰਾਪਤ ਹੁੰਦਾ ਤੇ ਜੀਵ ਜੁੜਦਾ ਜਦੋਂ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਕੋਈ ਵੀ ਇੱਛਾ ਨਾ ਹੋਵੇ, ਜਦੋਂ ਫਿਰ ਸਿਮਰਨ ਹੋਵੇ ਉਸ ਸਿਮਰਨ ਚੋਂ ਫਿਰ ਰਸ ਦੀ ਧਾਰਾ ਵਹਿੰਦੀ ਹੈ। ਉਸ ਸਿਮਰਨ ਦੇ ਨਾਲ ਭਗਤ ਧਰੂ ਵਾਂਗੂ ਫਿਰ ਰੱਬ ਮੋਹਰੇ ਆ ਕੇ ਖੜਾ ਹੋ ਜਾਂਦਾ ਤੇ ਨਾਮਦੇਵ ਨੂੰ ਫਿਰ ਕਹਿੰਦਾ, ਪਰਮਾਤਮਾ ਦੱਸ ਕੀ ਕਰਾਂ, ਧਰਤੀ ਅਸਮਾਨ ਉਲਟਾ ਦਿਆਂ, ਇਹ ਮੋਈ ਹੋਈ ਗਊ ਨੂੰ ਜਿਉਂਦੀ ਕਰਦਿਆਂ। ਐਡੀ ਵੱਡੀ ਤਾਕਤ ਇੱਕ ਨਾਮ ਰਸੀਏ ਨੂੰ ਪੁੱਛ ਰਹੀ ਹੈ ਵੀ ਦੱਸ ਮੈਂ ਕੀ ਕਰਾਂ। ਪ੍ਰੇਮ ਦੇ ਪ੍ਰਤੀ ਸ਼ਬਦ ਦਾ ਕੀਰਤਨ ਹੋ ਰਿਹਾ ਸੀ ਕਿ ਸਾਚਕ ਹੋ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਅਮਰਦਾਸ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਇਹ ਪੰਕਤੀ ਆਈ ਵੇ ਸ਼ਬਦੈ ਸਾਧ ਨਾ ਆਵਈ। ਇਹਦਾ ਮਤਲਬ ਵੇ ਸ਼ਬਦ ਪੜ੍ਹਿਆ ਵੀ ਜਾ ਰਿਹਾ, ਸ਼ਬਦ ਸੁਣਿਆ ਵੀ ਜਾ ਰਿਹਾ, ਸ਼ਬਦ ਨੂੰ ਗਾਇਆ ਵੀ ਜਾ ਰਿਹਾ, ਸ਼ਬਦ ਦੀ ਵਿਚਾਰ ਵੀ ਹੋ ਰਹੀ ਆ, ਤਾਂ ਹੀ ਸ਼ਬਦ ਦਾ ਨਾਮ ਲਿਆ। ਪਰ ਸਾਧ ਨਾ ਆਵਈ, ਵੇ ਸਵਾਦ ਨਹੀਂ ਆ ਰਿਹਾ, ਰਸ ਨਹੀਂ ਆ ਰਿਹਾ। ਜਿਸ ਤਰ੍ਹਾਂ ਕੋਈ ਪਕਵਾਨ, ਲੰਗਰ ਪ੍ਰਸ਼ਾਦਾ, ਦਾਲ ਸਬਜ਼ੀ ਅਸੀਂ ਛਕੀਏ ਤੇ ਸਾਨੂੰ ਕੋਈ ਸਵਾਦ ਨਾ ਆਉਂਦਾ ਹੋਵੇ, ਵਿਖਾਰ ਕਰਕੇ ਜਾਂ ਮੂੰਹ ਦਾ ਸਵਾਦ ਬਦਲਿਆ ਹੋਇਆ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਵੇ ਜਿਨ੍ਹਾਂ ਦੇ ਅੰਦਰ ਹਉਮੈ ਤੇ ਹੰਕਾਰ ਹੈ, ਉਹਨਾਂ ਨੂੰ ਪਰਮਾਤਮਾ ਪਰਮੇਸ਼ਰ ਦੇ ਸ਼ਬਦ ਚੋਂ ਰਸ ਪ੍ਰਾਪਤ ਨਹੀਂ ਹੋ ਸਕਦਾ, ਉਹਨਾਂ ਨੂੰ ਸਵਾਦ ਨਹੀਂ ਆ ਸਕਦਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਸਿਮਰਨ ਦਾ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਗੁਰਮੁਖੋ ਹਕੀਕਤ ਤੇ ਵਾਸਤਵ ਦੇ ਵਿੱਚ ਅਟਲ ਸਚਾਈ ਇਹ ਹੈ, ਜਿਨ੍ਹਾਂ ਨੇ ਇੱਛਾ ਤੋਂ ਬਗੈਰ ਜਦੋਂ ਸਿਮਰਨ ਸ਼ੁਰੂ ਕੀਤਾ ਤੇ ਉਦੋਂ ਇੱਛਾ ਹੋ ਸਕਦੀ ਆ ਭਗਤ ਦੀ, ਪਰਮਾਤਮਾ ਦੇ ਦਰਸ਼ਨ ਦਿਦਾਰਿਆਂ ਦੀ, ਪਰ ਸਿਮਰਨ ਚੋਂ ਜਦੋਂ ਰਸ ਆਇਆ ਉਹ ਵੀ ਇੱਛਾ ਖਤਮ ਹੋ ਗਈ, ਕੇਵਲ ਤੇ ਕੇਵਲ ਰਸ ਹੀ ਰਹਿ ਗਿਆ ਬਸ, ਹੋਰ ਸਭ ਕੁਝ ਭੁੱਲ ਗਏ। ਅੰਤਰ ਸੁਨੰ ਬਾਹਰ ਸੁਨੰ, ਤੇਰੇ ਭਵਨ ਸੁਨ ਮਸੁਨੰ, ਚੌਥੈ ਸੁਨੈ ਜੋ ਨਰ ਜਾਣੈ, ਤਾਕੋ ਪਾਪ ਨਾ ਪੁੰਨੰ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਜਿਤ ਖਾਧੇ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ। ਮਹਾਰਾਜ ਜੀ ਐਸੀ ਕਿਰਪਾ ਕਰਦੇ ਹੋ ਵੀ ਤ੍ਰਿਪਤੀ ਆ ਜਾਏ, ਸੰਤੋਖ ਆ ਜਾਏ, ਕੋਈ ਮੰਗ ਕੋਈ ਵਾਸ਼ਨਾ ਰਹੇ ਹੀ ਨਾ ਮਨ ਦੇ ਵਿੱਚ। ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ। ਮਹਾਰਾਜ ਜੋ ਰਾਮ ਰਾਮ ਜਪਦੇ, ਹਰੀ ਹਰੀ ਜਪਦੇ, ਸਤਿਨਾਮ ਵਾਹਿਗੁਰੂ ਜਪਦੇ, ਨਾਰਾਇਣ ਨਾਰਾਇਣ ਜਪਦੇ, ਅੱਲਾ ਅੱਲਾ ਖੁਦਾ ਖੁਦਾ ਦਾ ਜਾਪ ਕਰਦੇ ਵੇ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਨਾਮ ਚੋਂ। ਮਹਾਰਾਜ ਜੀ ਕਹਿੰਦੇ ਨਹੀਂ, ਉਹਦਾ ਕਾਰਨ ਕਹਿੰਦੇ ਉਹ ਪਿਆਰ ਦੇ ਨਾਲ ਨਹੀਂ ਜਪਦੇ, ਪ੍ਰੇਮ ਭਾਵਨਾ ਦੇ ਨਾਲ ਨਹੀਂ ਜਪਦੇ, ਉਹਨਾਂ ਨੂੰ ਭਰੋਸਾ ਨਹੀਂ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੇ। ਤੇ ਜਦੋਂ ਜਿਨ੍ਹਾਂ ਨੇ ਪੂਰਾ ਭਰੋਸਾ ਰੱਖ ਕੇ ਸਿਮਰਨ ਆਰੰਭ ਕੀਤਾ, ਉਹ ਫਿਰ ਪਰਮਾਤਮਾ ਦਾ ਹੀ ਰੂਪ ਹੋ ਗਏ। ਉਹ ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਐਸੀ ਅਫੁਰ ਅਵਸਥਾ ਨੂੰ ਪ੍ਰਾਪਤ ਹੋ ਗਏ ਤੇ ਬਖਰੇਵਾਂ ਬਖਰਾਪੁਨ ਰਿਹਾ ਹੀ ਨਹੀਂ। ਉਹ ਤਾਂ ਪਹਿਲਾਂ ਸੀ, ਜਬ ਹਮ ਹੋਤੇ ਤਬ ਤੂੰ ਨਾਹੀਂ,
ਆਵ ਤੂ ਹੀ ਮੈਂ ਨਾਹੀ। ਪਹਿਲਾਂ ਇਹ ਜਾਣਦਾ ਸੀ ਕਿ ਪਰਮਾਤਮਾ ਅਲੱਗ ਹੈ, ਮੈਂ ਅਲੱਗ ਹਾਂ, ਤੇ ਸਿਮਰਨ ਦੇ ਵਿੱਚ ਵੀ ਮੈਂ ਦੀ ਨਾਲ ਆਵਾਜ਼ ਆਉਂਦੀ ਸੀ ਵੀ ਮੇਰਾ ਸਿਮਰਨ ਸਤ ਸੰਗਤ ਕਰਦਿਆਂ ਕਰਦਿਆਂ ਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਨ ਦੇ ਨਾਲ, ਅਰਦਾਸਾਂ ਅਰਜ਼ੋਈਆਂ ਕਰਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰਤੀ, ਗਿਆਨ ਹੋ ਗਿਆ ਮੈਂ ਦਾ ਤੇ ਤੂੰ ਦਾ। ਹੁਣ ਕੇਵਲ ਤੇ ਕੇਵਲ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਤੂੰ ਕਰਦਾ, ਤੂੰ ਦਾ ਰੂਪ ਇਹ ਜੀਵ ਹੋ ਜਾਂਦਾ। ਮੈਂ ਦਾ ਸਿਮਰਨ ਕਰਨ ਕਰਕੇ ਤਾਂ ਹਉਮੈ ਹੰਕਾਰ ਹੀ ਵੱਧਦਾ ਹੈ। ਗਰੀਬ ਨਵਾਜ਼ ਜੀ ਕਹਿੰਦੇ ਨਾਮ ਦੇ ਨਾਲ ਪਿਆਰ ਨਾ ਹੋਣ ਕਰਕੇ, ਕਥਾ ਕੀਰਤਨ ਗੁਰਬਾਣੀ ਸਤ ਸੰਗਤ ਗੁਰ ਅਸਥਾਨਾਂ ਦੇ ਨਾਲ, ਧਰਮ ਨਿਯਮ ਤੇ ਮਰਜ਼ਾਦਾ ਦੇ ਨਾਲ ਪਿਆਰ ਨਾ ਹੋਣ ਕਰਕੇ ਇਸ ਨੂੰ ਫਲ ਨਾ ਪ੍ਰਾਪਤ ਹੋਇਆ, ਇਹਦੇ ਅੰਦਰ ਭਾਵਨਾ ਨਾ ਬਣੀ, ਉਹ ਸੇਵਾ ਸਿਮਰਨ ਪਰਮਾਤਮਾ ਸਤਿਗੁਰਾਂ ਦੇ ਚਰਨਾਂ 'ਚ ਪ੍ਰਵਾਨ ਨਾ ਹੋਈ। ਇੱਥੇ ਤਾਂ ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਇੱਥੇ ਤਾਂ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਦਰਗਾਹ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ। ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵਈ, ਤਿਸ ਕੀ ਖਪ ਖਪ ਹੋਏ ਖੁਆਰ। ਕਹਿੰਦੇ ਹਉਮੈ ਦੇ ਵਿੱਚ ਕੀਤੀ ਹੋਈ ਸੇਵਾ, ਹੰਕਾਰ ਦੇ ਸਹਿਤ ਜਪਿਆ ਹੋਇਆ ਨਾਮ, ਕਹਿੰਦੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਨਹੀਂ ਹੋ ਸਕਦੀ। ਕਿਉਂਕਿ ਹਰਜੂ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਇੱਥੇ ਤਾਂ ਸੁਖੀ ਵਸੈ ਮਸਕੀਨੀਆਂ, ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਇਹ ਸਤਿਗੁਰਾਂ ਦੇ ਚਰਨਾਂ ਦਾ ਬਿਰਧ ਹੈ ਗੁਰਮੁਖ ਪਿਆਰਿਓ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਨਾਨਕ ਸੇਵਕ ਸੋਈ ਆਖੀਐ। ਪਹਿਲਾਂ ਪੰਕਤੀਆਂ ਦੇ ਵਿੱਚ ਜੋ ਮਾਇਆ ਦੇ ਵਿੱਚ ਖਚਤ ਹੈ, ਤੇ ਮਾਇਆ ਦੇ ਵਿੱਚ ਖਚਤ ਹੁੰਦਿਆਂ ਹੀ ਜੋ ਸੇਵਾ ਸਿਮਰਨ ਕਰਦੇ ਹੈ, ਤੇ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਸੇਵਾ ਵੀ ਹੋ ਰਹੀ, ਸਿਮਰਨ ਵੀ ਹੋ ਰਿਹਾ, ਪਰ ਪਿਆਰ ਦੇ ਨਾਲ ਨਹੀਂ, ਉਹਨਾਂ ਨੂੰ ਕੋਈ ਰਸ ਨਹੀਂ ਆ ਰਿਹਾ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਵੀ ਸੇਵਾ ਤੇ ਸਿਮਰਨ ਕੀਤਾ ਹੋਇਆ ਗੁਰੂ ਦੇ ਚਰਨਾਂ 'ਚ ਪ੍ਰਵਾਨ ਨਾ ਹੋਵੇ, ਫਿਰ ਜੀਵ ਨੂੰ ਖੁਆਰ ਹੋਣਾ ਪੈਂਦਾ। ਫਿਰ ਮਹਾਰਾਜ ਜੀ ਵੀ ਕਿਹੜਾ ਸਿਮਰਨ ਹੈ, ਕਿਹੜੀ ਸੇਵਾ ਹੈ ਜੋ ਸਤਿਗੁਰਾਂ ਦੇ ਚਰਨਾਂ 'ਚ ਪ੍ਰਵਾਨ ਹੋ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਨਾਨਕ ਸੇਵਕ ਸੋਈ ਆਖੀ ਹੈ। ਕਿਉਂਕਿ 12 ਸਾਲ ਦਾ ਬਿਰਧ ਅਵਸਥਾ 'ਚ ਲੰਮਾ ਸਮਾਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਨੀ, ਤੇ ਬਿਆਸਾ ਦਰਿਆ ਤੋਂ ਗਾਗਰ ਇਸ਼ਨਾਨ ਵਾਸਤੇ ਲੈ ਕਰਕੇ ਆਉਣੀ। ਇੰਨਾ ਕੁ ਸਤਿਕਾਰ ਵੇ ਗੁਰੂ ਵੱਲ ਪਿੱਠ ਨਾ ਹੋਵੇ, ਪਿਛਲੀ ਪੈਰੀ ਜਾਣਾ। ਹੁਣ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਉਹਨਾਂ ਇਤਿਹਾਸਕ ਅਸਥਾਨਾਂ 'ਚ ਜਦੋਂ ਦਰਸ਼ਨ ਦਿਦਾਰੇ ਕਰੀਏ ਤੇ ਉੱਤੇ ਇਤਿਹਾਸ ਲਿਖਿਆ ਹੋਇਆ, ਰੌਂਗਟੇ ਖੜੇ ਹੁੰਦੇ ਹਨ ਵੀ ਇੰਨੀ ਭਾਵਨਾ, ਇੰਨਾ ਸ਼ਰਧਾ, ਇੰਨਾ ਪਿਆਰ, ਇੰਨਾ ਪ੍ਰੇਮ ਕਿ ਪਰਵਾਹ ਹੀ ਨਹੀਂ ਕੀਤੀ ਸਰੀਰ ਦੀ ਵੀ, ਬਸ ਇੱਕੋ ਹੀ ਧਿਆਨ ਰਿਹਾ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦਾ, ਸੇਵਾ ਦਾ ਅਤੇ ਸਿਮਰਨ ਦਾ। ਰਸਨਾ ਤੋਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਤੇ ਸਰੀਰ ਕਰਕੇ ਸੇਵਾ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹੁਣ ਨਿਸ਼ਾਨੀ ਦੱਸਦੇ, ਨਾਨਕ ਸੇਵਕ ਸੋਈ ਆਖੀ ਹੈ।
ਕਹਿੰਦੇ ਉਸ ਨੂੰ ਕਹੋ ਵੇ ਇਹ ਸੇਵਾਦਾਰ ਆ, ਇਹ ਸੇਵਕ ਹੈ। ਮਹਾਰਾਜ ਜੀ ਕੀ ਨਿਸ਼ਾਨੀ? ਜੋ ਸਿਰ ਧਰੇ ਉਤਾਰ। ਹੁਣ ਸਿਰ ਧਰੇ ਉਤਾਰ ਇੱਥੋਂ ਭਾਵ ਜਿਸ ਤਰ੍ਹਾਂ 1699 ਵਾਲੀ ਵਿਸਾਖੀ ਵਾਲੇ ਦਿਨ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਜੋ ਭੇਟਾ ਸੀਸ ਦੀ ਮੰਗੀ ਤੇ ਪ੍ਰਤੱਖ ਸੀਸ ਹਾਜ਼ਰ ਹੋਏ ਤੇ ਉਹ 5 ਪਿਆਰੇ ਹੀ ਨਹੀਂ ਬਣੇ ਤੇ ਉਹਨਾਂ ਨੇ ਮਾਫੀ ਵੀ ਮੰਗੀ ਕਿ ਪਹਿਲੇ ਬਚਨਾਂ ਤੇ ਅਸੀਂ ਆ ਨਹੀਂ ਸਕੇ ਤੇ ਸਾਨੂੰ ਖਿਮਾ ਕਰ ਦੇਣਾ। ਜਿਨ੍ਹਾਂ ਨੇ ਸੀਸ ਹਾਜ਼ਰ ਕੀਤੇ ਉਹ ਬਣੇ 5 ਪਰਵਾਨ 5 ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੈ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਪੰਚਾਇਤ ਉਹਨਾਂ ਪੰਚਾਂ ਦੀ। ਹੁਣ ਜੇ ਉਹਨਾਂ ਨੇ ਪ੍ਰਤੱਖ ਸੀਸ ਹਾਜ਼ਰ ਕੀਤਾ ਤੇ ਕਿੰਨਾ ਕੁ ਪਿਆਰ ਮਿਲਿਆ। ਉਹਨਾਂ ਦੇ ਅੱਗੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪ ਫਿਰ ਅੰਮ੍ਰਿਤ ਦੀ ਦਾਤ ਮੰਗੀ। ਉਸੇ ਸਟੇਜ ਦੇ ਉੱਤੇ, ਉਸੇ ਅਸਥਾਨ ਦੇ ਉੱਤੇ ਇਤਨਾ ਮਾਣ ਬਖਸ਼ਿਆ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਪ੍ਰੇਮੀਓ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਮਤਲਬ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ। ਜਦੋਂ ਸਤਿਗੁਰਾਂ ਦੇ ਚਰਨਾਂ 'ਚ ਆਉਣਾ ਤੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਸਭ ਕੁਝ ਸਤਿਗੁਰਾਂ ਦੇ ਚਰਨਾਂ 'ਚ ਢੇਰੀ ਕਰ ਦੇਣਾ। ਫਿਰ ਜੋ ਸਤਿਗੁਰਾਂ ਦੀ ਆਗਿਆ ਉਸ ਦੇ ਮੁਤਾਬਕ ਇਸ ਸਰੀਰ ਤੋਂ ਤੇ ਇਸ ਬੁੱਧੀ ਤੋਂ ਤੇ ਇਸ ਸਿਰ ਤੋਂ ਤੇ ਇਹਨਾਂ ਅੱਖਾਂ ਤੇ ਕੰਨਾਂ ਤੇ ਜੀਭ ਤੋਂ ਉਹੀ ਕੁਝ ਸੁਣਨਾ, ਉਹੀ ਕੁਝ ਦੇਖਣਾ, ਉਹੀ ਕੁਝ ਬੋਲਣਾ ਜੋ ਸਤਿਗੁਰਾਂ ਦੀ ਆਗਿਆ ਹੋਵੇ। ਬਹੁਤ ਸੁੰਦਰ ਬਚਨ ਕੁੰਜੀ ਬਾਣੀ ਗੁਰਬਾਣੀ ਦੀ ਭਾਈ ਗੁਰਦਾਸ ਜੀ ਨੇ ਨਿਸ਼ਾਨੀਆਂ ਦਸੀਆਂ ਸਿੱਖ ਸੇਵਾਦਾਰ ਦੀ। ਕਹਿੰਦੇ ਕਿਹੜੀਆਂ ਨਿਸ਼ਾਨੀਆਂ? ਸ਼ੁਰੂਆਤ ਕਿੱਥੋਂ ਹੁੰਦੀ ਹੈ? ਕਹਿੰਦੇ ਪਿਛਲ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦ੍ਰਿੜਾਏ। ਸਭ ਤੋਂ ਪਹਿਲਾਂ ਪਹਿਰ ਰਾਤ ਰਹਿੰਦਿਆਂ ਉੱਠ ਇਸ਼ਨਾਨ ਕਰੈ ਪ੍ਰਭਾਤ, ਸਭ ਤੋਂ ਪਹਿਲਾਂ। ਫਿਰ ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਹਰ ਵਕਤ ਨਿਮਰਤਾ ਦੇ ਵਿੱਚ ਰਹਿਣਾ ਤੇ ਹਰ ਵਕਤ ਇਸ ਰਸਨਾ ਤੋਂ ਮਿੱਠ ਬੋਲਣਾ। ਮਧੁਰ ਬਾਣੀ ਹੀ ਆਚਾਰਨੀ ਤੇ ਕਦੀ ਕੌੜਾ ਜਾਂ ਫਿੱਕਾ ਜਾਂ ਨਿੰਦਾ ਜਾਂ ਚੁਗਲੀ ਸੁਪਨੇ ਦੇ ਵਿੱਚ ਵੀ ਰਸਨਾ ਤੋਂ ਨਹੀਂ ਕਰਨੀ। ਇਸੇ ਤਰ੍ਹਾਂ ਕੰਨਾਂ ਤੋਂ ਇਹ ਸਰਵਣੋ ਮੇਰਿਓ ਸਾਚੈ ਸੋਣੇ ਨੂੰ ਪਠਾਏ। ਹੁਣ ਸੇਵਕ ਦੀਆਂ ਨਿਸ਼ਾਨੀਆਂ ਦਸੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਜਿਨ੍ਹਾਂ ਨੇ ਐਸੇ ਗੁਣਾਂ ਨੂੰ ਧਾਰਨ ਕਰ ਲਿਆ, ਸਤਿਗੁਰਾਂ ਦੇ ਬਚਨਾਂ ਨੂੰ ਕਮਾ ਲਿਆ, ਉਹ ਮਾਨੋ ਕਿ ਉਹਨਾਂ ਨੇ ਗੁਰੂ ਦੇ ਚਰਨਾਂ 'ਚ ਸਿਰ ਹੀ ਅਰਪਣ ਕਰਤਾ। ਹੁਣ ਉਹੀ ਸੋਚਣਾ ਜੋ ਗੁਰਮਤਿ ਹੈ, ਉਹੀ ਬੋਲਣਾ ਜੋ ਗੁਰਮਤਿ ਹੈ, ਉਹੀ ਸੁਣਨਾ ਜੋ ਗੁਰਮਤਿ ਦੇ ਵਿੱਚ ਹੈ, ਉਹੀ ਵਿਚਾਰ ਕਰਨੀ ਜਿਸ ਵਿਚਾਰ ਦੇ ਨਾਲ ਹਿਰਦਾ ਵੀ ਮੈਲਾ ਨਾ ਹੋਵੇ, ਜਿਹੜੀ ਵਿਚਾਰ ਮੇਰੇ ਹਿਰਦੇ ਨੂੰ ਪਵਿੱਤਰ ਕਰੇ। ਤਤ ਵਿਚਾਰ ਜਹੈ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਐਸੇ ਹੀ ਵਿਚਾਰ, ਐਸਾ ਹੀ ਫੁਰਨਾ ਬਣਾਉਣਾ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਨਾਨਕ ਸੇਵਕ ਸੋਈ ਆਖੀਐ ਜੇ ਸਿਰ ਧਰੇ ਉਤਾਰ। ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੇ ਉਰ ਧਾਰ। ਹੁਣ ਸਪਸ਼ਟ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕਰਤੀ ਵੀ ਜਿਨ੍ਹਾਂ ਨੇ ਤਨ ਮਨ ਧਨ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੱਤਾ, ਸਤਿਗੁਰਾਂ ਦੀ ਜੋ ਆਗਿਆ ਹੈ ਉਹ ਸਤ ਕਰਕੇ ਮੰਨ ਲਈ। ਸੇਵਕ ਸਿੱਖ ਪੂਜਨ ਸਭ ਆਵ ਹੈ,
ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹ 2 ਵਾਰੀ ਬਚਨ ਆਇਆ ਬੇ ਸਤਿਗੁਰਾਂ ਦਾ ਜੋ ਹੁਕਮ ਹੈ ਉਸ ਨੂੰ ਸਤ ਕਰਕੇ ਮੰਨ ਲਿਆ। ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੈ ਔਰ ਧਾਰ। ਕਹਿੰਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਜੋ ਨਾਮ ਹੈ, ਜੋ ਸ਼ਬਦ ਹੈ, ਉਹ ਵਸਾ ਲੈਣਾ ਕੀਤਾ, ਟਿਕ ਗਿਆ ਹਿਰਦੇ ਦੇ ਵਿੱਚ। ਮੇਰੇ ਹੀਅਰੈ ਰਤਨ ਨਾਮ ਹਰ ਵਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮਹੱਲਾ ਤੀਜਾ। ਅਗਲੇ ਸ਼ਲੋਕ 'ਚ ਗੁਰੂ ਅਮਰਦਾਸ ਮਹਾਰਾਜ ਜੀ ਵਿਸਤਾਰ ਪੂਰਵਕ ਦੱਸ ਰਹੇ ਹੈ ਵੀ ਕੌਣ ਹੈ ਸੇਵਕ, ਸੇਵਾਦਾਰ ਕੌਣ ਹੈ, ਕਿਹੜੀ ਸੇਵਾ। ਕਹਿੰਦੇ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਭਾਵੈ। ਐਸਾ ਨਹੀਂ ਵੀ ਚਾਕਰ ਲੱਗੇ ਚਾਕਰੀ, ਨਾਲੇ ਗਰਭ ਬਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਵੈ ਸਾਧ। ਮਾਲਕ ਦੇ ਕੋਲ ਨੌਕਰੀ ਵੀ ਜੀਵ ਕਰੇ ਤੇ ਮਾਲਕ ਨੂੰ ਜਵਾਬ ਵੀ ਦੇਵੇ, ਉੱਤਰ ਵੀ ਦੇਵੇ, ਸਲਾਮ ਜਵਾਬ ਦੋਵੇਂ ਕਰੇ। ਮੱਥਾ ਵੀ ਟੇਕਣਾ, ਬਚਨ ਤੋਂ ਵੀ ਮੁਨਕਰ ਹੋਣਾ। ਜੋ ਬਚਨ ਹੈ ਉਸ ਨੂੰ ਵੀ ਮੰਨਣਾ ਨਹੀਂ। ਕਹਿੰਦੇ ਤਾਂ ਦੋਹਰਾ ਦੋਸ਼ ਹੋ ਗਿਆ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਉਹ ਕਹਿੰਦਾ ਉਹ ਤਾਂ ਜੜ੍ਹਾਂ ਹੀ ਖਤਮ ਹੋ ਗਈਆਂ। ਨਾਲੇ ਸਤਿਕਾਰ, ਨਾਲੇ ਨਮਸਕਾਰ, ਨਾਲੇ ਮੱਥਾ ਟੇਕਦਾ, ਨਾਲੇ ਉਹਨੂੰ ਮਾਲਕ ਮੰਨਦਾ, ਨਾਲੇ ਮਾਲਕ ਦਾ ਹੁਕਮ ਨਹੀਂ ਮੰਨਦਾ। ਸੋ ਜਪ ਤਪ ਸੇਵਾ ਚਾਕਰੀ। ਉਹ ਜਪ ਤੇ ਉਹ ਤਪ, ਉਹੀ ਸੇਵਾ, ਉਹੀ ਚਾਕਰ ਪੁਣਾ। ਕਿਹੜਾ? ਜੋ ਖਸਮੇ ਭਾਵੈ। ਜੋ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ 'ਚ ਪ੍ਰਵਾਨ ਹੋ ਜਾਏ। ਹੁਣ ਕਿੰਨੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ, ਕਿੰਨੀਆਂ ਸਾਖੀਆਂ ਵੀ ਸੇਵਾ ਕਰਨ ਵਾਸਤੇ ਤਾਂ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਬਹੁਤ ਆਏ, ਪਰ ਕਿਹਨਾਂ ਦੀ ਸੇਵਾ ਸਫਲ ਹੋਈ? ਇਹ ਤਾਂ ਠੀਕ ਹੈ ਵੀ ਸਤਿਗੁਰ ਕੀ ਸੇਵਾ ਸਫਲ ਹੈ, ਸ਼ਰਤ ਬੜੀ ਵੱਡੀ ਲੱਗ ਗਈ ਅੱਗੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਜਿਹੜਾ ਚਿੱਤ ਲਾ ਕੇ ਸੇਵਾ ਕਰਦਾ, ਚਿੱਤ ਲਾ ਕੇ ਸਿਮਰਨ ਕਰਦਾ, ਚਿੱਤ ਲਾ ਕੇ ਸਤ ਸੰਗਤ ਕਰਦਾ, ਪ੍ਰਵਾਨ ਉਹ ਸੇਵਾ ਹੈ। ਕਿਉਂਕਿ ਸੇਵਾਵਾਂ ਤਾਂ ਬਹੁਤ ਹੈ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਭਾਵੈ। ਜੋ ਪਿਆਰੇ ਪ੍ਰੀਤਮ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਪ੍ਰਵਾਨ ਹੋ ਜਾਵੇ। ਫਿਰ ਮਹਾਰਾਜ ਜੀ ਜਿਹੜਾ ਸਿਮਰਨ ਤੇ ਜਿਹੜੀ ਸੇਵਾ ਸਤਿਗੁਰੂ ਜੀ ਪ੍ਰਵਾਨ ਕਰ ਲੈਣ ਤੇ ਉਸ ਨੂੰ ਫਲ ਕੀ ਪ੍ਰਾਪਤ ਹੁੰਦਾ? ਪ੍ਰਾਪਤੀ ਕੀ ਹੈ? ਗੁਰੂ ਖੁਸ਼ ਹੋ ਕਰਕੇ ਤੇ ਉਸ ਨੂੰ ਕੀ ਦਿੰਦਾ? ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਕਹਿੰਦੇ ਆਪੇ ਬਖਸ਼ੇ ਮੇਲ ਲਏ। ਕੋਈ ਕਾਲ ਨਹੀਂ ਵੀ ਮੈਨੂੰ 6 ਮਹੀਨੇ ਹੋ ਗਏ, ਮੈਨੂੰ 6 ਸਾਲ ਹੋ ਗਏ, ਮੈਨੂੰ 10 ਸਾਲ ਹੋ ਗਏ, ਮੈਨੂੰ 12 ਸਾਲ ਹੋ ਗਏ, ਮੈਨੂੰ 20 ਸਾਲ ਹੋ ਗਏ। ਜਿਹੜਾ ਪਰਮਾਤਮਾ ਗੁਰੂ ਜਾਣੀ ਜਾਣ ਹੈ, ਉਹਨੇ ਜਦੋਂ ਸੇਵਾ ਦੀ ਕੀਤੀ ਹੋਈ, ਸੇਵਾ ਸੇਵਕ ਦੀ ਸਿਮਰਨ ਕੀਤਾ ਹੋਇਆ, ਜਦੋਂ ਰੱਬੀ ਦਰਗਾਹ ਚਰਨਾਂ 'ਚ ਪ੍ਰਵਾਨ ਹੋ ਗਿਆ, ਜਿਸ ਸੇਵਾ ਤੇ ਸਿਮਰਨ ਨੇ ਹਉਮੈ ਹੰਕਾਰ ਨੂੰ ਖਤਮ ਕਰ ਦਿੱਤਾ, ਇਸ ਜੀਵ ਦੇ ਹਿਰਦੇ 'ਚੋਂ ਪਰਮਾਤਮਾ ਨੇ ਗਲ ਲਾਉਣ ਤੋਂ ਫਿਰ ਕੋਈ ਦੇਰੀ ਨਹੀਂ ਕਰਨੀ। ਫਿਰ ਤਾਂ ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਇਹ ਦੇਰੀ ਸਾਡੇ ਵੱਲੋਂ ਹੀ ਹੈ, ਪਰਮਾਤਮਾ ਵੱਲੋਂ ਨਹੀਂ। ਪਰਮੇਸ਼ਰ ਵੱਲੋਂ ਕੋਈ ਦੇਰੀ ਨਹੀਂ। ਜਦੋਂ ਅੰਦਰੋਂ ਪੂਰੀ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਵਿਸ਼ੇ ਵਿਕਾਰ ਈਰਖਾ ਦੂਈ ਦਵੈਸ਼ ਖਤਮ ਹੋ ਗਈ
ਤੇ ਪਰਮਾਤਮਾ ਨੇ ਤਾਂ ਉਸੇ ਵਕਤ ਹੀ ਆਪੇ ਮਿਲ ਲਏ ਸੁਖਦਾਤਾ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਆਪੇ ਗਲ ਦੇ ਨਾਲ ਲਾ ਲੈਣਾ, ਸਾਰੀਆਂ ਬਖਸ਼ਿਸ਼ਾਂ ਕਰ ਦੇਣੀਆਂ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਆਪੇ ਬਖਸ਼ੇ ਮੇਲ ਲਏ ਆਪਤ ਗਵਾਵੈ। ਕਹਿੰਦੇ ਉਸ ਨੂੰ ਆਪਣੇ 'ਚ ਅਭੇਦ ਕਰਦਾ, ਜਿਹੜੀ ਹੰਗਤਾ ਮਮਤਾ ਮੈਂ ਮੇਰੀ ਨੂੰ ਆਪਣੇ ਹਿਰਦੇ 'ਚੋਂ ਖਤਮ ਕਰਦਾ। ਹਿਰਦੇ 'ਚੋਂ ਮੈਂ ਮੇਰੀ ਉਸ ਦੀ ਖਤਮ ਹੋ ਸਕਦੀ ਹੈ ਜਿਸ ਦੀ ਸੇਵਾ ਹੀ ਮੈਂ ਮੇਰੀ ਨੂੰ ਖਤਮ ਕਰਨ ਵਾਸਤੇ ਹੋਵੇ, ਜਿਸ ਦਾ ਸਿਮਰਨ ਹੀ ਹਉਮੈ ਹੰਕਾਰ ਨੂੰ ਖਤਮ ਕਰਨ ਵਾਸਤੇ ਹੋਵੇ, ਜਿਸ ਦੀ ਬੇਨਤੀ ਹੀ ਇਹ ਹੋਵੇ ਬੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਜਿਹੜਾ ਅਰਦਾਸ ਹੀ ਇਹ ਕਰੇ, ਹੇ ਅਕਾਲ ਪੁਰਖ ਪਰਮਾਤਮਾ, ਆਪ ਜੀ ਦੇ ਚਰਨਾਂ 'ਚ ਕਣੀ ਮਾਤਰ ਵੀ ਹੰਕਾਰ ਭਾਉਂਦਾ ਨਹੀਂ, ਸਵੀਕਾਰ ਨਹੀਂ, ਮੈਨੂੰ ਬਚਾ ਲਓ ਇਸ ਰੋਗ ਤੋਂ, ਇਸ ਹਉਮੈ ਤੋਂ ਮੇਰਾ ਛੁਟਕਾਰਾ ਪਵਾ ਦਿਓ, ਕਿਉਂਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਗੁਰਮੁਖੋ ਕਿ ਆਪੇ ਬਖਸ਼ੇ ਮੇਲ ਲਏ, ਉਹ ਆਪੇ ਕਿਰਪਾ ਕਰ ਦਿੰਦਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ। ਬਸ ਸ਼ਰਤ ਇੰਨੀ ਕੀ ਹੈ ਵੇ ਆਪਤ ਗਵਾਵੇ, ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਚਤੁਰਾਈ ਨਾ ਚਤਰ ਪੁਜ ਪਾਇਆ, ਭੋਲੇ ਭਾਏ ਮਿਲੈ ਰਗ ਰਾਇਆ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਹੁਣ ਪੰਡਤ ਸਾਡੇ ਵਾਂਗੂ ਹਰਿ ਓਮ ਜੈ ਜਗਦੀਸ਼ੇ ਕਰਦਾ ਰਹਿ ਗਿਆ ਤੇ ਭਗਤ ਧੰਨਾ ਜੀ ਪ੍ਰੇਮ ਅਤੇ ਪਿਆਰ ਦੇ ਨਾਲ ਰੱਬ ਨੂੰ ਬੰਨ੍ਹ ਹੀ ਨਹੀਂ ਲਿਆ, ਸਾਹਮਣੇ ਖੜਾ ਕਰ ਲਿਆ। ਕਹਿੰਦੇ ਦੱਸੋ ਭਗਤ ਜੀ ਕਿਹੜੇ ਕਿਹੜੇ ਕੰਮ ਕਰਨੇ ਆ? ਪਿਆਰ ਦੇ ਵਿੱਚ ਕਹਿੰਦਾ ਵੀ ਜ਼ਿਮੀਂਦਾਰਾਂ ਦੇ ਕੰਮਾਂ ਦਾ ਤੈਨੂੰ ਪਤਾ ਨਹੀਂ, ਤੈਨੂੰ ਅੰਤਰਜਾਮੀ ਕਹਿੰਦੇ ਆ, ਤੂੰ ਸਾਰਿਆਂ ਦੇ ਦਿਲਾਂ ਦੀ ਜਾਣਦਾ ਵੀ ਜਦੋਂ ਦਾ ਮੈਂ ਚੌਂਕੜਾ ਮਾਰ ਕਰਕੇ ਬੈਠਾ ਤੇ ਸਾਰੇ ਕੰਮ ਉਸ ਤਰ੍ਹਾਂ ਹੀ ਪਏ ਆ। ਤੇ ਇਹੋ ਜਿਹੀ ਕਲਾ ਵਰਤੀ ਤੇ ਜਿਹੜਾ ਪੰਡਤ ਸੀ ਤੇ ਜਿਸ ਨੇ ਅਣਘੜਤ ਪੱਥਰ ਜਿਹਾ ਦੇ ਕੇ ਧੰਨੇ ਜੱਟ ਤੋਂ ਖਹਿੜਾ ਛਡਵਾਇਆ ਸੀ, ਜਦ ਉਹਨੂੰ ਪਤਾ ਲੱਗਾ ਤੇ ਹੈਰਾਨ ਹੋ ਗਿਆ। ਨਾਮਦੇਵ ਦੇ ਬਾਪ ਨੇ ਆਖਿਆ ਕਿ ਮੈਂ ਰਾਤ ਬਾਹਰ ਰਹਿਣਾ, ਇਹ ਮੂਰਤੀਆਂ ਦੀ ਇਸ਼ਨਾਨ ਤੇ ਦੁੱਧ ਦਾ ਭੋਗ ਤੈਂ ਲਵਾਉਣਾ। ਕੋਈ ਵਲ ਛਲ ਨਹੀਂ ਸੀ, ਕੋਈ ਕਰਮ ਕਾਂਡ ਅੰਦਰ ਹਉਮੈ ਹੰਕਾਰ ਨਹੀਂ ਸੀ, ਮੈਂ ਮੇਰੀ ਨਹੀਂ ਸੀ। ਸ਼ੁੱਧ ਹਿਰਦੇ ਦੇ ਨਾਲ ਗੁਰਮੁਖ ਪਿਆਰਿਓ ਕਿਰਿਆ ਕਰਮ ਕੀਤਾ ਤੇ ਭਗਵਾਨ ਨੇ ਪ੍ਰਗਟ ਹੋ ਕੇ ਦੁੱਧ ਪੀ ਲਿਆ ਤੇ ਬਾਪ ਹੈਰਾਨ ਹੋ ਗਿਆ ਵੀ ਮੈਨੂੰ ਤਾਂ ਸਾਰੀ ਜ਼ਿੰਦਗੀ ਹੋ ਗਈ ਛਿੱਟੇ ਮਾਰਦਿਆਂ ਨੂੰ, ਤੇ ਨਾਮਦੇਵ ਕਹਿੰਦਾ ਮੈਂ ਦੁੱਧ ਛਕਾ ਦਿੱਤਾ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਪਾਉ ਆਪੇ ਬਖਸ਼ੇ ਮੇਲ ਲਏ। ਉਹ ਦੂਰ ਨਹੀਂ ਹੈ, ਨੇੜੇ ਨਾਹੀ ਦੂਰ, ਨਿਜ ਆਤਮੈ ਰਿਹਾ ਭਰਪੂਰ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਉਹਨੇ ਕਿਤੇ ਅਸਮਾਨ ਤੋਂ ਚੱਲ ਕੇ ਨਹੀਂ ਭਗਤ ਨੂੰ ਮਿਲਣਾ, ਭਗਤ ਦੇ ਅੰਦਰੋਂ ਹੀ ਭਗਤ ਨੂੰ ਮਿਲਾਪ ਕਰਾ ਦੇਣਾ, ਭਗਤ ਦੇ ਅੰਦਰੋਂ ਹੀ ਭਗਤ ਨੂੰ ਮਿਲ ਜਾਣਾ। ਆਪੇ ਬਖਸ਼ੇ ਮੇਲ ਲਏ ਆਪਤ ਗਵਾਵੈ। ਸ਼ਰਤ ਬੜੀ ਵੱਡੀ ਹੈ ਵੀ ਆਪਾ ਗਵਾਵੇ, ਫਿਰ ਪਰਮਾਤਮਾ ਦੂਰ ਨਹੀਂ। ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੈ। ਸਰੀਰ ਮਿਲਦਾ ਤੇ ਜੀਵ ਕੋਲੋਂ ਸਰੀਰ ਲੈ ਲਿਆ ਜਾਂਦਾ। ਮਾਇਆ ਧਨ ਪਦਾਰਥ ਪਦਵੀ ਅਹੁਦੇ ਮਿਲਦੇ, ਫਿਰ ਜੀਵ ਕੋਲੋਂ ਖੁੱਸ ਜਾਂਦੇ ਆ। ਇਹਨੂੰ ਬਹੁਤ ਵੱਡਾ ਮਾਨ ਸਨਮਾਨ ਸੰਸਾਰ ਤੋਂ ਮਿਲਦਾ, ਫਿਰ ਮਾਨ ਸਨਮਾਨ ਦੀ ਜਗ੍ਹਾ ਇਹਨੂੰ ਤਿਰਸਕਾਰ ਤੇ ਨਿਰਾਦਰ ਤੇ ਅਪਮਾਨ ਵੀ ਇਸ ਨੂੰ ਮਿਲਦਾ। ਗੁਰਮੁਖੋ ਜੀਵਨ ਦੇ ਵਿੱਚ ਇੱਕੋ ਇੱਕ ਜੀਵ ਨੂੰ ਜੋ ਮਲਾਪ ਪ੍ਰਾਪਤੀ ਹੁੰਦੀ ਪਰਮਾਤਮਾ ਦੀ, ਇੱਕ ਵਾਰੀ ਕਿਰਪਾ ਹੋ ਜਾਵੇ
ਮੁੜ ਕੇ ਫਿਰ ਉਹ ਕਿਰਪਾ ਜਾਂਦੀ ਨਹੀਂ। ਪਰਮਾਤਮਾ ਜਿਸ ਨੂੰ ਮਿਲ ਜਾਂਦਾ ਮੁੜ ਕੇ ਇਹ ਨਹੀਂ ਕਦੀ ਸੁਣਿਆ ਕਿ ਉਹ ਛੱਡ ਕੇ ਚਲ ਗਿਆ ਭਗਤ ਨੂੰ, ਮੁੜ ਕੇ ਵਿਛੜ ਗਿਆ, ਫਿਰ ਉਹਦੇ ਕੋਲੋਂ ਚਲ ਗਿਆ, ਉਹਨੂੰ ਫਿਰ ਭਗਤ ਨੂੰ ਲੱਭਣਾ ਪਿਆ। ਫਿਰ ਤਾਂ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ। ਇਹ ਐਸਾ ਰਿਸ਼ਤਾ ਹੈ ਜਦੋਂ ਜੀਵ ਨੂੰ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਪਿਆਰਿਓ, ਮੁੜ ਕੇ ਵਿਛੋੜਾ ਹੁੰਦਾ ਹੀ ਨਹੀਂ। ਇਹ ਸਤਿਗੁਰਾਂ ਦੇ ਬਚਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ। ਮਿਲਿਆ ਕਦੇ ਨਾ ਵਿਛੜੈ। ਹੁਣ ਸਭ ਕੁਝ ਮਿਲਦਾ ਤੇ ਚਲੇ ਜਾਂਦਾ, ਇੱਕੋ ਹੀ ਰੱਬ ਜਿਸ ਨੂੰ ਮਿਲਦਾ ਉਹ ਮੁੜ ਕੇ ਨਹੀਂ ਜਾਂਦਾ। ਕਿੰਨੀ ਕੁ ਉਮਰ ਨਾਮਦੇਵ ਦੀ ਹੈ, ਕਿੰਨੀ ਕੁ ਉਮਰ ਧਰੂ ਦੀ ਹੈ, ਕਿੰਨੀ ਕੁ ਉਮਰ ਭਗਤ ਪ੍ਰਹਿਲਾਦ ਦੀ ਹੈ, ਕਿੰਨੀ ਕੁ ਮਸਕਤ ਘਾਲੀ, ਇੱਕੋ ਇੱਕ ਕੰਮ ਕੀਤਾ ਉਹਨੇ, ਸਭ ਕੁਝ ਅਰਪਣ ਕਰਤਾ। ਸਮਰਪਣ ਭਾਵ ਹੋ ਗਿਆ। ਹਿਰਦੇ ਦੀ ਡੰਗਾਈ ਚੋਂ ਇੰਨੀ ਕੁ ਤੜਫ ਪੈਦਾ ਕਰ ਲਈ ਕਿ ਰੱਬ ਨੂੰ ਪ੍ਰਤੱਖ ਹੋ ਕੇ ਸਾਹਮਣੇ ਖੜਨਾ ਹੀ ਪਿਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੈ। ਕਿਉਂਕਿ ਇਹ ਦੋਨੋਂ ਦੁਐਤੇ ਏਕ ਰੂਪ ਹੋ ਗਇਓ ਵਾਲੀ ਅਵਸਥਾ ਬਣ ਜਾਂਦੀ ਹੈ ਤੇ ਉਹ ਵੱਖ ਹੋ ਨਹੀਂ ਸਕਦੇ। ਕਿੱਦਾਂ ਨਹੀਂ ਹੋ ਸਕਦੇ? ਜਿਸ ਤਰ੍ਹਾਂ ਦੋ ਦੀਵਿਆਂ ਦੀ ਇੱਕ ਲਾਈਟ ਹੈ ਤੇ ਫਿਰ ਦੇਖੋ ਵੀ ਅਲੱਗ-ਅਲੱਗ ਦੀਵੇ ਦੀ ਜਿਹੜੀ ਲਾਈਟ ਹੈ ਉਹਨੂੰ ਤੁਸੀਂ ਵੰਡ ਸਕਦੇ ਆ। ਪਾਣੀ 'ਚ ਪਾਣੀ ਮਿਲਾ ਦਿਓ, ਜਿਹੜਾ ਪਾਣੀ ਮਿਲ ਗਿਆ ਉਹ ਵੱਖਰਾ ਹੋ ਸਕਦਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਇਹ ਜੋ ਜੀਵ ਹੈ ਜਦੋਂ ਬ੍ਰਹਮ ਰੂਪੀ ਸਾਗਰ ਦੇ ਵਿੱਚ ਅਭੇਦ ਹੋ ਜਾਂਦਾ, ਮਿਲਾਪ ਹੋ ਜਾਂਦਾ ਇਸ ਦਾ, ਇਹ ਫਿਰ ਵਿਛੋੜਾ ਨਹੀਂ ਹੋ ਸਕਦਾ। ਇਹ ਸਪਸ਼ਟ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਮਾਣ ਦਿੱਤਾ ਵੀ ਜੋਤੀ ਜੋਤ ਮਿਲਾਵੈ। ਇੱਕ ਜੋਤ 'ਚ ਜਦੋਂ ਦੂਜੀ ਜੋਤੀ ਮਿਲ ਗਈ ਫਿਰ ਅੰਤਰ ਨਹੀਂ ਹੋ ਸਕਦਾ। ਬਖਰੇਵਾਂ ਤੇ ਅਲੱਗ-ਅਲੱਗ ਨਹੀਂ ਹੋ ਸਕਦੇ ਕਿਸੇ ਵੀ ਕੀਮਤ ਤੇ। ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ। ਇਹ ਜਿਹੜੇ ਗੁੱਜੇ ਭੇਦ ਹੈ ਨਾ, ਇਹ ਗੁਰੂ ਦੀ ਅਥਾਹ ਬਖਸ਼ਿਸ਼ ਕਿਰਪਾ ਹੋਵੇ ਤਾਂ ਪਕੜ ਦੇ ਵਿੱਚ ਆਉਂਦੇ ਆ, ਨਹੀਂ ਤਾਂ ਪਕੜ ਦੇ ਵਿੱਚ ਵੀ ਨਹੀਂ ਆਉਂਦੇ। ਜਿੰਨਾ ਚਿਰ ਪਕੜ 'ਚ ਨਾ ਆਏ ਤੇ ਜੀਵ ਨੇ ਪ੍ਰਯਾਸ ਕੀ ਕਰਨਾ? ਪ੍ਰਯਾਸ ਤਾਂ ਬਾਅਦ ਦੇ ਵਿੱਚ ਹੁੰਦਾ, ਪਹਿਲਾਂ ਪਕੜ ਦੇ ਵਿੱਚ ਆਵੇ। ਇਸ ਮਾਰਗ ਦਾ ਵੀ ਕਿਸ ਤਰ੍ਹਾਂ ਇਹ ਜੋ ਰਸਤਾ ਹੈ, ਸਫ਼ਰ ਕਿਸ ਤਰ੍ਹਾਂ ਤੈਅ ਕਰਨਾ। ਇਹ ਰਸਤਾ ਤਾਂ ਕਬੀਰ ਜਿਹ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ। ਕਬੀਰ ਜੀ ਕਹਿੰਦੇ ਜਦੋਂ ਮੈਨੂੰ ਹੋਸ਼ ਆਈ ਨਾ, ਮੈਂ ਸੰਸਾਰ ਦੀ ਭੀੜ ਦੇਖੀ, ਰਸਤੇ ਭਰੇ ਹੋਏ ਦੇਖੇ, ਕਾਮੀਆਂ ਦੇ, ਕਰੋਧੀਆਂ ਦੇ, ਹੰਕਾਰੀਆਂ ਦੇ, ਲੋਭੀਆਂ ਦੇ, ਪੜ੍ਹਿਆ ਲਿਖਿਆਂ ਦੇ, ਅਮੀਰਾਂ ਦੇ, ਗਰੀਬਾਂ ਦੇ, ਰਾਜੇ ਬਾਦਸ਼ਾਹਾਂ ਦੇ, ਸਾਰੇ ਰਸਤੇ ਭਰੇ। ਕਹਿੰਦੇ ਕਬੀਰ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਮੈਂ ਵੱਖਰਾ ਰਸਤਾ ਚੁਣਿਆ, ਬਿਲਕੁਲ ਬੀਆਬਾਨ ਆਜ਼ਾੜ, ਜਿੱਥੇ ਕੋਈ ਪੰਛੀ ਵੀ ਨਾ ਲੰਘ ਸਕੇ। ਮੈਂ ਉਸ ਰਸਤੇ ਨੂੰ ਚੁਣ ਕੇ ਫਿਰ ਮੈਂ ਇੱਥੇ ਪਹੁੰਚਿਆ। ਕਬੀਰ ਜਿਹ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ। ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹਿਓ ਕਬੀਰ। ਨਾ ਚੜ੍ਹਨ ਵਾਲੀ ਘਾਟੀ ਮੈਂ ਗੁਰੂ ਦੀ ਰਹਿਮਤ ਦਾ ਸਦਕਾ ਚੜ੍ਹ ਗਿਆ। ਰਵਿਦਾਸ ਜੀ ਨੂੰ ਪੁੱਛਿਆ, ਕਹਿੰਦੇ ਘਟ ਆਵ ਘਟ ਡੂਗਰ ਕਨਾ, ਇੱਕ ਨਿਰਗੁਣ ਬੈਲ ਹਮਾਰ। ਰਮਈਆ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ। ਕਹਿੰਦੇ ਮੈਂ ਅਰਜ਼ੋਈ ਕੀਤੀ, ਇਹ ਰਸਤਾ ਬੜਾ ਡੂੰਘਾ ਹੈ, ਬਹੁਤ ਉੱਚੇ ਉੱਚੇ ਪਹਾੜ ਹੈ। ਮੈਂ ਜੀਵ ਇੱਕ ਕਮਜ਼ੋਰ ਬੈਲ ਦੀ ਤਰ੍ਹਾਂ, ਬੌਲਦ ਦੀ ਤਰ੍ਹਾਂ, ਮੈਂ ਇਸ ਰਸਤੇ 'ਤੇ ਨਹੀਂ ਜਾ ਸਕਦਾ। ਪਰ ਗੁਰੂ ਨੇ ਕੀਤੀ ਕਿਰਪਾ ਤੇ ਇਹ ਜਿਹੜਾ ਪੈਂਡਾ ਸੀ, ਇਹ ਸਫ਼ਰ ਸੀ, ਮੇਰਾ ਪੂਰਾ ਕਰਤਾ। ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੈ। ਇਹ ਸਤਿਗੁਰੂ ਜੀ ਆਪ ਕਿਰਪਾ ਕਰਦੇ ਆ। ਕਿਰਪਾ ਉਹਨਾਂ 'ਤੇ ਹੁੰਦੀ ਹੈ ਜਿਹੜੇ ਕਿਰਪਾ ਦੇ ਪਾਤਰ ਬਣਦੇ ਆ। ਐਸਾ ਨਹੀਂ ਵੀ ਸਾਰਾ ਦਿਨ ਭੋਰਾ ਪੱਟ ਕੇ ਤੇ ਥੱਲੇ ਧਰਤੀ 'ਤੇ ਬੈਠੇ ਰਹੀਏ ਤੇ ਕਿਰਪਾ ਉਡੀਕਦੇ ਰਹੀਏ ਵੀ ਸੂਰਜ ਸਾਡੇ ਪਾਸ ਆ ਕੇ ਸਾਡਾ ਚਾਨਣਾ ਕਰੂਗਾ। ਨਹੀਂ, ਬਾਹਰ ਆਉਣਾ ਪਵੇਗਾ। ਕਿਰਪਾ ਵਰਸ ਹੀ ਰਹੀ ਹੈ। ਕਿਰਪਾ ਦੇ ਪਾਤਰ ਬਣਨ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਆਉਣਾ ਪਵੇਗਾ, ਪੜ੍ਹਨਾ ਸੁਣਨਾ ਪਵੇਗਾ, ਅਭਿਆਸ ਕਰਨਾ ਪਵੇਗਾ। ਪੌੜੀ
ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਪੌੜੀ ਅੰਦਰ ਕਹਿੰਦੇ ਸਭ ਕੁਝ ਹੁਕਮ ਦੇ ਵਿੱਚ ਹੈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਪੂਰੀ ਕਾਇਨਾਤ ਬਣਾ ਕੇ ਆਪਣੇ ਹੁਕਮ ਦੇ ਵਿੱਚ ਬੰਨ੍ਹ ਕੇ ਰੱਖੀ। ਪਰ ਕਹਿੰਦੇ ਮਨਮੁਖ ਹੰਕਾਰੀ, ਜਿਹੜਾ ਹਉਮੈ 'ਚ ਗਰਸਿਆ ਹੋਇਆ ਜੀਵ ਹੈ, ਇਹ ਬਸ ਕਹਿੰਦਾ ਮੈਂ ਆਹ ਕੀਤਾ, ਮੈਂ ਜੇ ਆਹ ਨਾ ਕਰਦਾ ਫਿਰ ਕਿਤੇ ਹੋਣਾ ਸੀ, ਮੈਂ ਇਸ ਤਰ੍ਹਾਂ ਦਿਮਾਗ ਲੜਾਇਆ, ਆਹ ਮੈਂ ਸੋਚਿਆ। ਇਹ ਕਹਿੰਦੇ ਮਨਮੁਖ ਦੀ ਨਿਸ਼ਾਨੀ। ਹਰ ਨਾਮ ਕਦੇ ਨਾ ਚੇਤਈ, ਜਮ ਕਾਲ ਸਿਰ ਮਾਰੀ। ਕਹਿੰਦੇ ਕਦੇ ਵੀ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਉਸ ਦੀ ਸ਼ਕਤੀ ਦਾ ਅਹਿਸਾਸ ਨਹੀਂ ਕਰਦਾ। ਇਹਨੂੰ ਇਹ ਨਹੀਂ ਪਤਾ ਵੀ ਸਾਰੀ ਜ਼ਿੰਦਗੀ ਮੈਂ ਦੀ ਜਿਹੜੀ ਆਵਾਜ਼ ਕੱਢ ਰਿਹਾ ਨਾ ਹੰਕਾਰ ਦੇ ਸਹਿਤ, ਕਹਿੰਦੇ ਇੱਕ ਦਿਨ ਸਮਾਂ ਆ ਜਾਣਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੇ ਨਵੇਰਾ। ਕਹਿੰਦੇ ਜਦੋਂ ਮੌਤ ਨੇ ਆ ਕੇ ਦਰਸ਼ਨ ਦਿੱਤੇ ਨਾ ਤਾਂ ਤੈਨੂੰ ਸਭ ਕੁਝ ਭੁੱਲ ਜਾਣਾ, ਫਿਰ ਇੰਨਾ ਪਛਤਾਵਾ ਕਰੇਗਾ ਕਿ ਸਾਰੀ ਜ਼ਿੰਦਗੀ ਵਿਅਰਥ ਚਲੇ ਗਈ। ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਜੋ ਸੜਿਆ ਗਲਿਆ ਲੋਹਾ ਹੁੰਦਾ ਨਾ, ਉਹਦਾ ਚੂਰ ਭੂਰ ਹੁੰਦਾ, ਫੈਕਟਰੀਆਂ ਦੇ ਗੁਰਮੁਖ ਪਿਆਰੋ ਕਾਰਖਾਨਿਆਂ ਦੇ ਬਾਹਰ ਪਿਆ ਹੁੰਦਾ ਸੁਆਹ ਵਰਗਾ। ਕਹਿੰਦਾ ਇਹ ਜੋ ਹਉਮੈ ਹੰਕਾਰ ਦਾ ਵਿੱਚ ਜੀ ਰਿਹਾ ਜੀਵ, ਇਹ ਇਸ ਤਰ੍ਹਾਂ ਉਸ ਮਨੂਰ ਦੀ ਸੁਆਹ ਵਾਂਗੂ ਆਪਣੇ ਸਿਰ ਦੇ ਉੱਤੇ ਇਹ ਜੇ ਵਿਸ਼ੇ ਵਿਕਾਰਾਂ ਦਾ ਭਾਰ ਨਿਤ ਲੱਦ ਰਿਹਾ, ਮੈਂ ਕਰਕੇ ਆਪਣੇ ਸਿਰ ਤੇ ਭਾਰ ਚੁੱਕ ਰਿਹਾ। ਮਾਰਗ ਬਿਖਮ ਡਰਾਵਣਾ ਕਿਉਂ ਤਰੀਐ ਤਾਰੀ। ਕਹਿੰਦੇ ਜੋ ਬਹੁਤ ਔਖਾ ਮਾਰਗ ਹੈ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉਸ ਰਸਤੇ ਤੇ ਨਾਮ ਤੋਂ ਬਗੈਰ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉਹ ਬਹੁਤ ਵਿਖੜਾ ਪੈਂਦਾ ਹੈ। ਭਾਵ ਸਾਗਰ ਤੋਂ ਉਹੀ ਤਰ ਸਕਦਾ ਜਿਸ ਦੇ ਪੱਲੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੋਵੇਗਾ। ਤੇਰੇ ਪੱਲੇ ਤਾਂ ਤੇਰਾ ਹੀ ਸਿਮਰਨ ਸਾਰੀ ਜ਼ਿੰਦਗੀ ਰਿਹਾ, ਤੂੰ ਇਹ ਨਾ ਤਰਿਆ ਜਾਣ ਵਾਲਾ ਭਾਵ ਸਾਗਰ ਕਿਵੇਂ ਤਰੇਂਗਾ। ਅਖੀਰਲੀ ਪੰਕਤੀ, ਨਾਨਕ ਗੁਰ ਰਾਖੇ ਸੇ ਉਬਰੇ, ਬਿਲਕੁਲ ਸਪਸ਼ਟ ਫੈਸਲਾ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਵੀ ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋਵੇ, ਗੁਰੂ ਜਿਨ੍ਹਾਂ ਦੀ ਬਾਂਹ ਪਕੜਨ ਤੇ ਜਿਹਨੂੰ ਆਪਣਾ ਬਣਾਵੇ, ਉਹੀ ਭਵ ਸਾਗਰ ਤੋਂ ਤਰ ਸਕਦਾ। ਨਹੀਂ ਤਾਂ ਜੀਵ ਜਨਮਾਂ ਜਨਮਾਂਤਰਾਂ ਤੋਂ ਭਵ ਸਾਗਰ 'ਚ ਗੋਤੇ ਖਾਂਦਾ ਤੇ ਜੂਨਾਂ ਦੇ ਵਿੱਚ ਭਟਕ ਰਿਹਾ ਹੈ। ਨਾਨਕ ਗੁਰ ਰਾਖੇ ਸੇ ਉਬਰੇ, ਉਬਰੇ ਦਾ ਮਤਲਬ ਵੀ ਤਰ ਗਏ, ਪਾਰ ਹੋ ਗਏ। ਹਰ ਨਾਮ ਉਧਾਰੀ, ਕਿਵੇਂ ਤਰੇ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਕੇਵਲ ਤੇ ਕੇਵਲ ਜਿਨ੍ਹਾਂ ਦੇ ਪੱਲੇ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੈ, ਨਿਮਰਤਾ ਅਥਾ ਹੈ, ਸ਼ਰਧਾ ਭਾਵਨਾ ਤੇ ਪ੍ਰੇਮ ਦੇ ਨਾਲ ਰੋਮ ਰੋਮ ਭਰਿਆ ਹੋਇਆ ਹੈ, ਉਹਨਾਂ ਤੇ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ। ਸਤਿਗੁਰੂ ਜੀ ਕਰਨ ਕਿਰਪਾ, ਤੁਛ ਬੁੱਧੀ ਦੇ ਅਨੁਸਾਰ ਜੋ ਵਿਚਾਰ ਵਿਆਖਿਆ ਆਪ ਸੰਗਤਾਂ ਨੇ ਸਰਵਣ ਕੀਤੀ, ਇਹ ਸਾਡੇ ਹਿਰਦਿਆਂ 'ਚ ਵਸੇ, ਤਾਂ ਤੇ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਹੋਈਆਂ ਗਲਤੀਆਂ ਦੀ ਖੀਮਾ, ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ। ਨਾਨਕ ਗੁਰ ਰਾਖੇ ਸੇ ਉਬਰੇ, ਹਰ ਨਾਮ ਉਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ